श्री हरमंदिर पटना साहिब ਅਤੇ ਬਾਲ ਲੀਲਾ ਗੁਰਦੁਆਰਾ ਨੂੰ 1 ਮਹੀਨੇ ਅੰਦਰ 50 ਕਰੋੜ ਦੀ ਫਰੌਤੀ ਨਾ ਦਿੱਤੇ ਜਾਣ ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਤੇ ਭੜਕੇ ਸਿੱਖ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਵੀਡੀਓ ਰਾਹੀਂ ਉਹਨਾਂ ਨੂੰ ਚੈਲੰਜ ਕੀਤਾ ਹੈ ਕਿ ਜਿਸਨੇ ਵੀ ਆਉਣਾ ਹੈ ਉਹ ਭਾਵੇਂ ਤੋਪਾਂ ਲੈ ਕੇ ਆਉਣ ਜਾਂ ਫਿਰ ਟੈਂਕ ਲੈ ਕੇ ਆਉਣ। ਸਾਡੇ ਸਰੀਰ ਦੇ ਵਿੱਚ ਜਦੋਂ ਤੱਕ ਪ੍ਰਾਣ ਹਨ ਅਤੇ ਅਸੀਂ ਉਸ ਹਮਲਾਵਰ ਨੂੰ ਜਿੰਨਾ ਚਿਰ ਅਸੀਂ ਪ੍ਰਾਣਹੀਨ ਨਹੀਂ ਕਰ ਦਿੰਦੇ ਉਦੋਂ ਤੱਕ ਕਿਸੇ ਨੂੰ ਵੀ ਪਟਨਾ ਸਾਹਿਬ ਦੇ ਦਰਵਾਜ਼ੇ ਵੱਲ ਬੁਰੀ ਨਜ਼ਰ ਨਾਲ ਦੇਖਣ ਤੱਕ ਨਹੀਂ ਦਿਆਂਗੇ। ਉਹਨਾਂ ਕਿਹਾ ਹੈ ਕਿ ਜਿਸ ਦੇ 50 ਕਰੋੜ रुपए ਲੈਣੇ ਹਨ ਉਹ ਆਪਣੇ ਨਾਲ ਬੋਰਾ ਲੈ ਕੇ ਆਵੇ ਤੇ ਇੱਕ ਬੋਰਾ ਖਾਲੀ ਵੀ ਲੈ ਕੇ ਆ ਜਾਵੇ ਜਿਸ ਦੇ ਵਿੱਚ ਉਹ ਆਪਣਾ ਸਰੀਰ ਲੈ ਕੇ ਜਾਵੇ। ਅਸੀਂ ਹੱਦ ਤੋਂ ਜ਼ਿਆਦਾ ਨਿਰਮਾਣ ਹਾਂ, ਹੱਦ ਤੋਂ ਜ਼ਿਆਦਾ ਹਲੀਮੀ ਰੱਖਦੇ ਹਾਂ, ਪਰ ਜਦੋਂ ਸਾਡੇ ਤਖਤ ਸਾਹਿਬਾਨ ਸਾਡੇ ਗੁਰਸਥਾਨਾਂ ਬਾਰੇ ਕੋਈ ਇਸ ਤਰ੍ਹਾਂ ਦੀ ਸੋਚ ਰੱਖੇਗਾ ਤਾਂ ਸਾਡੇ ਸਤਿਗੁਰ ਸਾਹਿਬਾਨ ਨੇ ਸਾਨੂੰ ਸ੍ਰੀ ਸਾਹਿਬ ਵੀ ਬਖਸ਼ੀ ਹੈ। ਜ਼ਿਕਰਯੋਗ ਹੈ ਕਿ ਇਹ ਧਮਕੀ ਭਰੀ ਚਿੱਠੀ ਰਜਿਸਟਰਡ ਡਾਕ ਤੋਂ ਮਿਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭਾਜਣਾ ਪੈ ਗਈ। गुरुद्वारा प्रबंधक कमेटी ने बिहार के DGP ਨੂੰ इस मामले 'ਚ तुरंत कार्रवाई करने की मांग की है। दस्सिया गया कि उसे लिफाफे 'ਚ एक चिट्ठी दूसरी चिट्ठी है जिस दे विच हाई स्कूल के प्रिंसीपल ਅਤੇ 2 अध्यापकों के पुराने धर्म ग्रंथों ਨੂੰ ਸਾੜਨ ਵੇਚਣ ਅਤੇ ਨਸ਼ਟ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਜਿਉਂ ਗੁਰੂ ਨਾਨਕ ਦੇਵ ਜੀ ਦੇ ਚਰਨ ਇਸ ਸੰਸਾਰ ਤੇ ਪਏ ਨੇ 550 ਸਾਲ ਤੋਂ ਜ਼ਿਆਦਾ ਸਮੇਂ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਕਿ ਰੂਹਾਨੀਅਤ ਦੇ ਮਰਕਜ਼, ਮਨੁੱਖੀ ਸੇਵਾ ਤੇ ਸਨਮਾਨ ਦੇ ਮਰਕਜ਼ ਔਰ ਸਿੱਖ ਜਗਤ ਦੇ ਸਿਰਮੌਰ ਤਖਤਾਂ 'ਚੋਂ ਦੂਸਰੇ ਨੰਬਰ ਦੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਂ ਕਿਸੇ ਵੀ ਗੁਰਦੁਆਰੇ ਤੋਂ ਕਿਸੇ ਨੇ ਫਿਰੌਤੀ ਮੰਗੀ ਹੋ, ਜਿਹਨੂੰ ਬਿਹਾਰ ਦੀ ਭਾਸ਼ਾ 'ਚ ਕਹਿੰਦੇ ਰੰਗਦਾਰੀ। ਤੇ ਗੁਰਦੁਆਰਾ ਸਾਹਿਬ ਬਾਲ ਲੀਲਾ ਇੱਕ ਬਹੁਤ ਸ਼ਾਈਨਿੰਗ ਸਥਾਨ ਹੈ ਸਿੱਖ ਜਗਤ ਦਾ। ਸਿੱਖ ਇਤਿਹਾਸ ਨਾਲ ਬਹੁਤ ਗਹਿਰਾ ਸੰਬੰਧ ਹੈ। ਇਹ ਸਭ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦੇਣ ਵਾਲੇ ਮਾਤਾ ਗੁਜਰੀ ਜੀ ਹਨ, ਪਰ ਇਹ ਘੱਟ ਲੋਕਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 2 ਮਾਵਾਂ ਸਨ। ਇੱਕ ਜਿਨ੍ਹਾਂ ਨੇ ਜਨਮ ਦਿੱਤਾ ਔਰ ਦੂਜੇ ਜਿਹੜੇ ਉਹਨਾਂ ਨੂੰ ਜਿਨ੍ਹਾਂ ਦੀ ਗੋਦ 'ਚ ਬੈਠ ਕੇ ਉਹਨਾਂ ਨੂੰ ਮਾਂ ਦਾ ਸਨਮਾਨ ਦਿੱਤਾ। ਮਾਤਾ ਬਿਸੰਬਰੀ ਦੇਵੀ ਜਿਨ੍ਹਾਂ ਨੂੰ ਰਾਣੀ ਮੈਣੀ ਕਹਿੰਦੇ ਨੇ, ਉਹ ਸਥਾਨ ਦਾ ਨਾਮ ਬਾਲ ਲੀਲਾ ਹੈ। ਸਾਰੇ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਠਹਿਰਦੀਆਂ ਨੇ, ਯਾਤਰਾ ਕਰਦੀਆਂ ਨੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਕਾਲ ਨੂੰ ਅਨੁਭਵ ਕਰਦੀਆਂ। ਜਿੱਥੇ ਕਦੀ ਪੀਰ ਭੀਖਨ ਸ਼ਾਹ ਨੇ ਸਜਦਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਖੁਦਾ ਤੇ ਪੰਡਿਤ ਸ਼ਿਵਦੱਤ ਜੀ ਨੇ ਉਹਨਾਂ ਨੂੰ ਆਪਣਾ ਰਾਮ ਕਹਿ ਕੇ ਸਨਮਾਨ ਭੇਟ ਕੀਤਾ, ਅੱਜ ਉੱਥੇ ਹੀ ਸਿੱਖ ਜਗਤ ਦੇ ਮਹਾਨ ਦੂਜੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਕਿਸੇ ਮਨੁੱਖ ਨੇ ਬਾਕਾਇਦਾ ਰਜਿਸਟਰਡ ਲੈਟਰ ਲਿਖ ਕੇ ਆਪਣੇ ਫ਼ੋਨ ਨੰਬਰ ਪਾ ਕੇ ਐਡਰੈਸ ਪਾ ਕੇ ਤੇ ਹਿਮਾਕਤ ਕੀਤੀ ਕਿ 1 ਮਹੀਨੇ ਵਿੱਚ 50 ਕਰੋੜ ਰੁਪਇਆ ਫਰੌਤੀ ਦੇਣ ਲਈ ਆਖਿਆ ਗਿਆ, ਨਹੀਂ ਤਾਂ ਪ੍ਰਬੰਧਕਾਂ ਦੀ ਜਾਨ ਖਤਮ ਹੋ ਜਾਏਗੀ, ਭਾਵ ਉਹਨਾਂ ਨੂੰ ਮਾਰ ਦਿੱਤਾ ਜਾਏਗਾ। ਸਾਰੇ ਸਿੱਖ ਜਗਤ ਵਿੱਚ ਤੇ ਸਾਰੇ ਹੀ ਸੰਸਾਰ ਵਿੱਚ ਇਸ ਗੱਲ ਨੂੰ ਬੜੇ ਨਿੰਦਣਯੋਗ ਢੰਗ ਨਾਲ ਦੇਖਿਆ ਜਾ ਰਿਹਾ ਔਰ ਬਿਹਾਰ ਪ੍ਰਸ਼ਾਸਨ ਨੂੰ ਅਸੀਂ ਸੂਚਿਤ ਕੀਤਾ, ਪੁਲਿਸ ਨੂੰ ਔਰ ਹਾਈ ਰੈਂਕਸ ਨੂੰ ਸਾਰਿਆਂ ਨੂੰ ਔਰ ਮਾਨਯੋਗ ਨੀਤਿਸ਼ ਕੁਮਾਰ ਜੀ CM ਬਿਹਾਰ ਉਹਨਾਂ ਨੂੰ ਵੀ ਅਸੀਂ ਸੂਚਿਤ ਕੀਤਾ। ਸਾਰੇ ਪ੍ਰਬੰਧ ਨੇ ਸਰਦਾਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਤੇ ਸਾਰੇ ਪ੍ਰਬੰਧਕਾਂ ਨੇ ਮਿਲ ਕੇ ਹੁਣ ਵੀ ਮੀਟਿੰਗਾਂ ਇਸ ਵੇਲੇ ਵੀ ਚੱਲ ਰਹੀਆਂ ਨੇ। ਇਸ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਸਾਰਿਆਂ ਨੂੰ ਇਹ ਲਿਖਿਆ ਜਾਏਗਾ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇੱਕ ਬਹੁਤ ਵੱਡਾ ਸਨਮਾਨਿਤ 5 ਤਖਤਾਂ 'ਚੋਂ ਜੋ ਸਿਰਮੌਰ 5 ਤਖਤ ਨੇ
ਉਹਨਾਂ 'ਚ ਦੂਸਰਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਤਖਤ ਪਟਨਾ ਸਾਹਿਬ, ਜੋ ਸਾਰੇ ਸਿੱਖ ਜਗਤ ਦੀ ਤੇ ਸਾਰੀ ਮਨੁੱਖਤਾ ਦੇ ਆਸਥਾ ਦਾ ਮਰਕਜ਼ ਹੈ। ਐਸੇ ਮਹਾਨ ਅਸਥਾਨ ਬਾਰੇ ਇਸ ਤਰ੍ਹਾਂ ਦੀ ਭਾਵਨਾ ਰੱਖਣਾ ਜਾਂ ਇਸ ਤਰ੍ਹਾਂ ਦੀ ਘਟਨਾ ਹੋ ਜਾਣਾ, ਇਹ ਬਹੁਤ ਨਿੰਦਨੀय ਹੈ ਔਰ ਨਾ ਕਾਬਲੇ ਬਰਦਾਸ਼ਤ ਹੈ। ਬਾਕੀ ਅਸੀਂ ਖੁੱਲ੍ਹਾ ਚੈਲੰਜ ਵੀ ਕਰਦੇ ਹਾਂ ਕਿ ਜਿਸ ਨੇ ਆਉਣਾ ਹੋਵੇ ਤੋਪਾਂ ਲੈ ਕੇ ਆ ਜਾਏ, ਟੈਂਕ ਲੈ ਕੇ ਆ ਜਾਏ। ਸਾਡੇ ਸਰੀਰ ਵਿੱਚ ਜਿੰਨਾ ਚਿਰ ਪ੍ਰਾਣ ਨੇ, ਜਾਂ ਅਸੀਂ ਉਸ ਹਮਲਾਵਰ ਨੂੰ ਜਿੰਨਾ ਚਿਰ ਪ੍ਰਾਣਹੀਣ ਨਹੀਂ ਕਰ ਦੇਵਾਂਗੇ, ਅਸੀਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਵਾਜ਼ੇ ਵੱਲ ਵੀ ਮਾੜੀ ਨਜ਼ਰ ਨਾਲ ਨਹੀਂ ਵੇਖਣ ਦੇਵਾਂਗੇ। ਅਸੀਂ ਹੱਦ ਤੋਂ ਜ਼ਿਆਦਾ ਨਿਰਮਾਣ ਆ, ਹੱਦ ਤੋਂ ਜ਼ਿਆਦਾ ਹਲੇਮੀ ਰੱਖਦੇ ਹਾਂ, ਪਰ ਜਦ ਸਾਡੇ ਤਖਤ ਸਾਹਿਬਾਨ, ਸਾਡੇ ਗੁਰੂ ਅਸਥਾਨਾਂ ਬਾਰੇ ਕੋਈ ਇਸ ਤਰ੍ਹਾਂ ਦੀ ਸੋਚ ਰੱਖੇਗਾ ਤੇ ਫਿਰ ਸਤਿਗੁਰੂ ਨੇ ਸਾਨੂੰ ਸ੍ਰੀ ਸਾਹਿਬ ਹੀ ਬਖਸ਼ੀ ਹੈ। ਅਸੀਂ ਕਿਸੇ ਦੇ ਵੈਰੀ ਨਹੀਂ ਹਾਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਜਿਹਨੇ 50 ਕਰੋੜ ਲੈਣ ਵਾਸਤੇ ਆਉਣਾ ਆਪਣੇ ਬੋਰੇ ਨਾਲ ਲੈ ਕੇ ਆਵੇ ਤੇ ਇੱਕ ਬੋਰਾ ਖਾਲੀ ਵੀ ਨਾਲ ਲੈ ਕੇ ਆਵੇ ਜਿਹਦੇ 'ਚ ਆਪਣਾ ਸਿਰ ਲੈ ਕੇ ਜਾਣਾ। ਇਸ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਵੀ ਜਿਹੜਾ ਮਰਜ਼ੀ ਬੰਦਾ ਆ ਕੇ ਤੇ ਗੁਰੂ ਘਰਾਂ ਦੀ ਬੇਅਦਬੀ ਕਰ ਜਾਏਗਾ। ਅਸੀਂ ਬੇਅਦਬੀ ਲਈ ਆਪਣੇ ਪ੍ਰਾਣ ਦੇ ਵੀ ਸਕਦੇ ਹਾਂ, ਤੇ ਜੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਚਾਹੇਗਾ ਤੇ ਉਹਦੀ ਰਾਖੀ ਵਾਸਤੇ ਜੇ ਲੋੜ ਪਏ ਤੇ ਅਸੀਂ ਪ੍ਰਾਣ ਲੈ ਵੀ ਸਕਦੇ ਹਾਂ। ਇਸ ਲਈ ਜਿਹਨੇ ਆਉਣਾ ਪੂਰੀ ਤਿਆਰੀ ਨਾਲ ਆਵੇ ਤੇ ਆ ਕੇ ਤੇ ਸਾਹਮਣੇ ਗੱਲ ਕਰੇ। ਇਹ ਨਹੀਂ ਵੀ ਚਿੱਠੀਆਂ ਲਿਖ ਕੇ ਪਾ ਦਿੱਤੀਆਂ ਤੇ ਗੱਲਾਂ ਕਰ ਦਿੱਤੀਆਂ, ਤੇ ਇਸ ਨਾਲ ਨਾ ਸਿੱਖ ਜਗਤ ਕਦੀ ਭੈਭੀਤ ਹੋਇਆ ਤੇ ਨਾ ਕਦੀ ਹੋ ਸਕਦਾ। ਸਿੰਤਲ ਪ੍ਰਧਾਨ ਜੀ ਜਿਹੜੇ ਪ੍ਰਬੰਧ ਕਰ ਰਹੇ ਨੇ, ਹਾਂਜੀ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ, ਹਾਂਜੀ ਸਿਕਿਉਰਿਟੀ ਵਗੈਰਾ ਮਿਲੀ ਉੱਥੇ ਕੀ ਹੈ? ਸਿਕਿਉਰਿਟੀ ਤਾਂ ਉੱਥੇ ਆਲਰੇਡੀ ਪਹਿਲਾਂ ਹੈਗੀ ਹੈ। ਨਹੀਂ ਓਕੇ, ਆਪ ਹੀ ਧਮਕੀ ਨੂੰ ਦੇਖਦਿਆਂ ਹੋਇਆ, ਧਮਕੀ ਨੂੰ ਦੇਖਦਿਆਂ ਹੋਇਆ ਮੈਂ ਤਾਂ ਮਹਾਰਾਜ ਜੀ ਦਾ 400 ਸਾਲਾ ਮਨਾਉਣ ਲਈ ਇੱਥੇ ਪੰਜਾਬ 'ਚ ਆਇਆ ਸੀ। ਮੰਜੀ ਸਾਹਿਬ ਸਮਾਗਮ ਸਨ। ਇੱਕ ਦੋ ਦਿਨਾਂ 'ਚ ਮੈਂ ਪਟਨਾ ਸਾਹਿਬ ਪਹੁੰਚਾਂਗਾ, ਫਿਰ ਸਾਰਾ ਜਾ ਕੇ ਮੁਆਇਨਾ ਕਰਾਂਗੇ। ਮੇਰੀ ਜਿਹੜੀ ਪਰਸਨਲ ਸਿਕਿਉਰਿਟੀ ਹੈ ਮੈਂ ਕਈ ਵਾਰੀ ਪੰਜਾਬ ਸਰਕਾਰ ਨੂੰ, DGP ਨੂੰ ਔਰ ਆਪਣੇ ਇੱਥੋਂ ਦੇ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਲਿਖਿਆ ਹੈਗਾ। ਉਹ ਫਾਰਮੈਲਿਟੀ ਜੀ ਕਰਕੇ ਆਉਂਦੇ ਨੇ, ਲਿਖ ਕੇ ਕੁਝ ਲੈ ਜਾਂਦੇ ਨੇ, ਫਿਰ ਚਲੇ ਜਾਂਦੇ ਨੇ। ਫਿਰ ਕੋਈ, ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਸੀਂ ਜਦੋਂ ਮੈਂ ਪੰਜਾਬ 'ਚ ਆਉਣਾ ਉਦੋਂ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਓ। ਬਾਕੀ ਸਾਰੇ ਤਖਤ ਸਾਹਿਬ ਦੇ ਜਥੇਦਾਰਾਂ ਦੀ ਸਾਰਿਆਂ ਦੀ ਸਿਕਿਉਰਿਟੀ ਹੈਗੀ ਹੈ, ਸਭ ਨੂੰ ਪਤਾ ਹੈਗਾ। ਤੇ ਉਹਦਾ ਜਾਂ ਤਾਂ ਕੋਈ ਕਿਸੇ ਹਾਦਸੇ ਨੂੰ ਉਡੀਕ ਰਹੇ ਨੇ, ਕੋਈ ਹਮਲਾ ਕਰੇ ਉਸ ਨੂੰ ਉਡੀਕ ਰਹੇ ਨੇ, ਤੇ ਜਾਂ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਹੈ, ਕੀ ਇਹਨਾਂ ਦੀ ਪਾਲਿਸੀ ਹੈ, ਕਿਸ ਕਰਕੇ ਇਹ ਅਜੇ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰਾ ਰਹੇ। ਬਾਕੀ ਗੁਰੂ ਦੀ ਸਿਕਿਉਰਿਟੀ ਨਾਲ ਹੈ ਹੀ ਹੈ ਉਸ 'ਤੇ। ਇਸ ਕਰਕੇ ਤੋਂ ਬਾਅਦ ਵੀ ਕੋਈ ਹਿਲਜੁਲ ਹੋਈ? ਕੁਛ ਆਏ ਸੀ ਪੁਲਿਸ ਕਰਮੀ, ਘਰ ਆਏ ਸੀ, ਫਿਰ ਆ ਕੇ ਉਹ ਲਿਖਾ ਕੇ ਫਿਰ ਚਲੇ ਗਏ ਵਾਪਸ, ਫਿਰ ਦੁਬਾਰੇ ਆਏ ਨਹੀਂ। ਅੱਛਾ ਜੀ। ਤੇ ਉਸ ਲਈ ਇਹ ਹੁਣ ਇਹਨਾਂ ਦੀ ਮਰਜ਼ੀ ਹੈ ਵੀ ਇਹਨਾਂ ਨੇ ਸਿਕਿਉਰਿਟੀ ਦੇਣੀ ਹੈ ਕਿ ਨਹੀਂ ਦੇਣੀ। ਇਸ ਵਕਤ ਤੱਕ ਉੱਥੇ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਵੱਲੋਂ ਕੋਈ ਸੰਪਰਕ ਸਾਧ ਕੇ ਕੋਈ ਗੱਲਬਾਤ ਹੋਈ ਹੈ, ਕੁਝ ਬਰੀਕੀ ਤੱਕ ਪਹੁੰਚੇ ਨੇ? ਹਾਂਜੀ, ਉਹ ਆਪਣਾ ਪ੍ਰਸ਼ਾਸਨ ਕੰਮ ਕਰ ਰਿਹਾ, ਉਹ ਸਾਰੀ ਛਾਣਬੀਨ ਕਰ ਰਿਹਾ। ਜਿਸ ਬੰਦੇ ਦੇ ਲੈਟਰ ਤੇ ਨੰਬਰ ਨੇ, ਫੋਨ ਨੰਬਰ, ਉਹ ਪਤਾ ਲੱਗਿਆ ਵੀ ਉਹ DM ਆਫਿਸ ਵਿੱਚ, ਉੱਥੇ ਪਟਨਾ DM ਆਫਿਸ ਵਿੱਚ ਉਹ ਕੰਮ ਕਰਦਾ। ਤੇ ਉਸ ਨਾਲ ਜਿਹੜੀ ਗੱਲਬਾਤ ਹੋਈ ਹੈ, ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਵੀ ਨਹੀਂ ਹੈ ਕਿ ਨੰਬਰ ਕਿਹਨੇ ਦਿੱਤੇ, ਫਰਜ਼ੀ ਨੰਬਰ ਹੈ ਤੇ ਫਰਜ਼ੀ ਨੰਬਰ। ਤੇ ਇਸ ਵਾਸਤੇ ਮੈਂ ਅਪੀਲ ਕਰਾਂਗਾ ਬਿਹਾਰ ਸਰਕਾਰ ਨੂੰ ਵੀ, ਕੇਂਦਰ ਸਰਕਾਰ ਨੂੰ ਵੀ, ਕਿ ਤੁਸੀਂ ਗਹਿਰਾਈ ਨਾਲ ਇਹਦੀ ਛਾਣਬੀਨ ਕਰੋ ਤੇ ਐਸਾ ਨਾ ਹੋਵੇ ਕਿ ਕੋਈ ਖੂਨ ਖਰਾਬਾ ਹੋਵੇ ਜਾਂ ਕੋਈ ਅਸਥਾਨ ਦੀ, ਤਖਤ ਸਾਹਿਬ ਦੀ ਕੋਈ ਬੇਹੁਰਮਤੀ ਹੋਵੇ। ਔਰ ਇਹ ਆਸਥਾ ਦਾ ਮਰਕਜ਼ ਹੈ, ਮਨੁੱਖਤਾ ਦੀ ਸੇਵਾ ਦਾ ਮਰਕਜ਼ ਹੈ, ਮਨੁੱਖਤਾ ਦੇ ਸਨਮਾਨ ਦਾ ਮਰਕਜ਼ ਹੈ। ਤੇ ਬਾਕੀ ਜਿਹੜੇ CM ਨੇ ਬਿਹਾਰ ਦੇ, ਉਹ ਤਾਂ ਬਹੁਤ ਜ਼ਿਆਦਾ ਤਖਤ ਸਾਹਿਬ ਦਾ ਸਨਮਾਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਨਮਾਨ ਕਰਦੇ ਨੇ। ਹਰ ਸਮਾਗਮ ਵਿੱਚ ਕਾਫੀ ਵੱਡੇ ਪੱਧਰ 'ਤੇ ਉਹ ਸੇਵਾ ਕਰਦੇ ਨੇ ਔਰ ਆ ਕੇ ਸ਼ਮੂਲੀਅਤ ਕਰਦੇ ਨੇ। ਤੇ ਇਸ ਲਈ ਮੈਂ ਆਸਵੰਦ ਹਾਂ ਕਿ ਇਸ ਧਮਕੀ ਦੇਣ ਵਾਲੇ ਦੀ
ਗਹਿਰਾਈ ਨਾਲ ਛਾਣਬੀਨ ਹੋਵੇਗੀ, ਇਹਦੇ ਪਿੱਛੇ ਰੂਟਸ ਕੀ ਨੇ ਉਹ ਸਾਰਾ ਪਤਾ ਲੱਗੇਗਾ। ਗੱਲਾਂ ਤਾਂ ਕਈ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ, ਕੋਈ ਕਹਿ ਰਿਹਾ ਕਿ ਵਿੱਚੋਂ ਲੋਕ ਮਿਲੇ ਹੋਏ ਨੇ, ਅੱਗੇ ਵੀ ਇੱਕ ਵਾਰੀ ਕਿਹੜੇ ਲੋਕ ਮਿਲੇ ਹੋਏ? ਇਹ ਤਾਂ ਛਾਣਬੀਨ ਦਾ ਸਬਜੈਕਟ ਹੈਗਾ, ਉਹਦੇ ਬਾਅਦ ਸਾਰਾ ਪਤਾ ਲੱਗੇਗਾ ਵੀ ਜੇ ਕੋਈ ਮਿਲਿਆ ਹੋਇਆ ਤੇ ਉਹ ਬਖਸ਼ਿਆ ਉਹ ਵੀ ਨਹੀਂ ਜਾਏਗਾ। ਕਿਸੇ ਕੇਂਦਰੀ ਏਜੰਸੀ ਨੇ ਤੁਹਾਨੂੰ ਸੰਪਰਕ ਕੀਤਾ ਹੈ ਇਸ ਬਾਬਤ? ਕੇਂਦਰੀ ਏਜੰਸੀ ਦਾ ਅਜੇ ਤੱਕ ਮੇਰੇ ਨਾਲ ਕੋਈ ਸੰਪਰਕ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵਜ੍ਹਾ ਨਾਲ, ਦੇਸ਼ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ? ਉਹ ਤਾਂ ਦੇਖੋ ਜੀ, ਜੇ ਕੋਈ ਅੱਗ ਜਲਾਵੇਗਾ ਤਾਂ ਧੂੰਆਂ ਤਾਂ ਨਿਕਲੇਗਾ ਹੀ। ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਜਿਹੜੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਉਹ ਉਹਨਾਂ ਦਾ ਤੈਸ ਵਿੱਚ ਆਉਣਾ ਕੁਦਰਤੀ ਹੈ। ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਤੁਸੀਂ ਕੋਈ ਤੈਸ ਵਿੱਚ ਨਾ ਆਵੇ ਤੇ ਨਾ ਕੋਈ ਇਸ ਤਰ੍ਹਾਂ ਦਾ ਮਾਹੌਲ ਖਰਾਬ ਹੋਵੇ। ਬਾਕੀ ਸਿੱਖ ਜਿਹੜਾ ਹੈ ਉਹ ਆਪਣੇ ਗੁਰੂ ਅਸਥਾਨਾਂ ਦੀ ਰਾਖੀ ਕਰਨ ਦੇ ਸਮਰੱਥ ਹੈ। ਕੋਈ ਇਸ ਤਰ੍ਹਾਂ ਨਹੀਂ ਵੀ ਜਿਹੜਾ ਮਰਜ਼ੀ ਆ ਕੇ ਤੇ ਬੇਅਦਬੀ ਕਰ ਜਾਏ। ਤੇ ਤਖ਼ਤ ਸਾਹਿਬ ਦੀ ਇਮਾਰਤ ਨੂੰ ਉਡਾ ਦੇਵਾਂਗੇ, ਬਾਲ ਲੀਲਾ ਦੀ ਇਮਾਰਤ ਨੂੰ ਉਡਾ ਨਾਮ ਦੀ ਗੱਲ ਕੀਤੀ ਹੈ। ਹਾਂਜੀ ਬਿਲਕੁਲ। ਜਿਹੜਾ ਤੁਸੀਂ ਬੰਦਾ ਕਹਿ ਰਹੇ ਹੋ ਉਹਦਾ ਡੀਐਮ ਆਫਿਸ 'ਚ ਲੱਗਿਆ ਹੈ। ਹਾਂਜੀ ਜਿਹੜੇ ਫੋਨ ਨੰਬਰ ਲਿਖੇ ਹੈ ਹਾਂਜੀ। ਉਹਨਾਂ ਦਾ ਫੋਨ ਨੰਬਰ ਵੀ ਉਹਦਾ ਚੱਲਦਾ ਹੈ? ਹਾਂ ਚੱਲਦਾ ਫੋਨ। ਇਹਨਾਂ ਦਾ ਫੋਨ ਨੰਬਰ ਉਹਦਾ ਬੰਦੇ ਦਾ ਹੈਗਾ ਵਾ? ਹਾਂ ਹਾਂ ਫੋਨ ਹੈਗਾ, ਫੋਨ ਹੈਗਾ, ਚੱਲਦਾ ਵੀ ਹੈ। ਉਹਦੇ ਨਾਲ ਕਿਸੇ ਬੰਦੇ ਨੇ ਸਾਡੇ ਨਾਲ ਗੱਲ ਵੀ ਕੀਤੀ ਹੈ। ਉਹਨੇ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਮੇਰੇ ਨੰਬਰ ਕਿੱਥੋਂ ਲਏ ਨੇ ਤੇ ਕਿੰਨੇ ਨੰਬਰ। ਪੁਲਿਸ ਨੇ ਰਾਸਤੇ 'ਚ ਲਿਆ ਉਹ ਬੰਦੇ? ਹਾਂਜੀ ਪੁਲਿਸ ਨੇ ਰਾਸਤੇ 'ਚ ਲਿਆ ਉਹ ਬੰਦੇ? ਅਜੇ ਇਸ ਬਾਰੇ ਮੈਨੂੰ ਨਹੀਂ ਅਜੇ ਪਤਾ ਵੀ ਲਿਆ ਕਿ ਨਹੀਂ ਲਿਆ, ਤੇ ਲੈਣਾ ਚਾਹੀਦਾ, ਰਾਸਤੇ 'ਚ ਲੈਣਾ ਚਾਹੀਦਾ ਉਹਨੂੰ? ਬਿਲਕੁਲ ਲੈਣਾ ਚਾਹੀਦਾ।